Good morning, students. How are you? I hope all are you fine. Today's continue your history chapter, the making of national movements 1870 and 1947. Today's we are going to read about your new topic, main aims of Swadeshi movement. First of all, oppose the British rule, sought to oppose British rule and encourage the ideas of self-help Swadeshi enterprise, encourage national education and use of Indian language. Lala Lajpat Rai was an Indian Punjabi author and politician who is chiefly remembered as a leader in the Indian independence movement. He was also associated with activities of Punjab National Bank and Lakshmi Insurance Company in their earlier stage. He sustained serious injuries by the police when leading a non-violent protest against the Simon Commission and died less than 3 weeks later. His death anniversary, 17 November, is one of the several days celebrated as Martyrs' Day in India. Next, Chittaranjan Das. Chittaranjan Das was an Indian politician and founder leader of the Swaraj Party in Bengal under British rule. Educated in England, where he became barrister, his public career began in 1909. He was leading figure in Bengal during the non-cooperation movement of 1919 and 1922. ਜਦੋਂ ਨਾਨ ਕੋਆਪਰੇਸ਼ਨ ਮੂਵਮੈਂਟ ਸ਼ੁਰੂ ਹੋਈ ਸੀ, ਇਸ ਦੇ ਵਿੱਚ ਚਿਤਰੰਜਨ ਦਾਸ ਨੇ ਬਹੁਤ ਮੇਨ ਰੋਲ ਪਲੇ ਕੀਤਾ ਸੀ। ਜਦ ਬੰਗਾਲ ਦੇ ਵਿੱਚ ਬ੍ਰਿਟਿਸ਼ ਦਾ ਰੂਲ ਸੀ, ਉਸ ਸਮੇਂ ਇਹਨਾਂ ਨੇ ਇੰਗਲੈਂਡ ਤੋਂ ਐਜੂਕੇਸ਼ਨ ਗੈਟ ਕੀਤੀ। ਦੇ ban of British clothes, setting an example by burning his own European clothes and wearing khadi clothes. At one time, his clothes were tailored and washed in Paris. ਉਹਨਾਂ ਦੇ ਜਿਹੜੇ ਕਲੌਥ ਸੀ ਪੈਰਿਸ ਦੇ ਵਿੱਚ ਉਹਨਾਂ ਨੂੰ ਵਾਸ਼ ਕੀਤਾ ਜਾਂਦਾ ਸੀ ਔਰ ਸਟਿਚ ਕੀਤਾ ਜਾਂਦਾ ਸੀ, ਅਤੇ ਉਹਨਾਂ ਨੇ ਉਹ ਯੂਰਪੀਅਨ ਕਲੌਥ ਨੂੰ ਛੱਡ ਕੇ ਖਾਦੀ ਜਿਹੜੇ ਕੱਪੜੇ ਸੀ ਉਹਨਾਂ ਨੂੰ ਪਹਿਨਣਾ ਸ਼ੁਰੂ ਕਰ ਦਿੱਤਾ। ਐਂਡ ਹੀ ਮੇਨਟਡ ਆ ਪਰਮਾਨੈਂਟ ਲਾਂਡਰੀ ਇਨ ਪੈਰਿਸ ਟੂ ਸ਼ਿਪ ਹਿਜ਼ ਕਲੌਥਸ ਟੂ ਕੋਲਕਾਤਾ। ਉਹਨਾਂ ਦੀ ਜਿਹੜੀ ਮੇਨ ਲਾਂਡਰੀ ਸੀ ਜਿੱਥੇ ਕੱਪੜੇ ਵਾਸ਼ ਕੀਤੇ ਜਾਂਦੇ ਸੀ ਪੈਰਿਸ ਦੇ ਵਿੱਚ ਸੀ, ਅਤੇ ਉਹਨਾਂ ਦੇ ਕੱਪੜਿਆਂ ਨੂੰ ਪੈਰਿਸ ਤੋਂ ਕੋਲਕਾਤਾ ਵਿੱਚ ਲਿਜਾਇਆ ਜਾਂਦਾ। ਹੀ ਸੈਕਰੀਫਾਈਡ ਆਲ ਦਿਸ ਲਗਜ਼ਰੀ ਵੈਨ ਹੀ ਬਿਕੇਮ ਅਟੈਚਡ ਟੂ ਦਾ ਫਰੀਡਮ ਮੂਵਮੈਂਟ। ਅਤੇ ਚਿਤਰੰਜਨ ਦਾਸ ਜੀ ਨੇ ਲਗਜ਼ਰੀ ਲਾਈਫ ਨੂੰ ਸੈਕਰੀਫਾਈਡ ਕਰ ਦਿੱਤਾ ਸੀ ਫਰੀਡਮ ਮੂਵਮੈਂਟ ਵਾਸਤੇ। ਲਗਜ਼ਰੀ ਮੀਨਸ ਕਿ ਉਹਨਾਂ ਦੀ ਜਿਹੜਾ ਜੀਵਨ ਸੀ ਬਹੁਤ ਵਧੀਆ ਸ਼ਾਨੋ ਸ਼ੌਕਤ ਵਾਲਾ ਜੀਵਨ ਸੀ, ਉਸਨੂੰ ਸੈਕਰੀਫਾਈਸ ਕਰ ਦਿੱਤਾ ਸੀ। ਨੈਕਸਟ, ਦਾ ਰੈਡੀਕਲ ਐਡਵੋਕੇਟਡ ਮਾਸ ਮੋਬਿਲਾਈਜੇਸ਼ਨ ਐਂਡ ਬਾਈਕਾਟ ਆਫ ਬ੍ਰਿਟਿਸ਼ ਇੰਸਟੀਟਿਊਸ਼ਨਸ ਐਂਡ ਗੁੱਡਸ। ਜੋ ਰੈਡੀਕਲ ਐਡਵੋਕੇਟਡ ਸੀ, ਉਹਨਾਂ ਨੇ ਇੱਕ ਸਮੂਹ ਨੂੰ ਗਤੀਸ਼ੀਲ ਵੀ ਕੀਤਾ ਅਤੇ ਨਾਲ ਹੀ ਜਿਹੜੇ ਬ੍ਰਿਟਿਸ਼ ਦੀਆਂ ਇੰਸਟੀਟਿਊਸ਼ਨ ਸੀ ਉਹਨਾਂ ਦਾ ਬਾਈਕਾਟ ਕੀਤਾ, ਉਹਨਾਂ ਦੀਆਂ ਗੁੱਡਸ ਦਾ ਬਾਈਕਾਟ ਕੀਤਾ। ਸਮ ਲੀਡਰਸ ਆਲਸੋ ਸੁਜੈਸਟਡ ਦ ਯੂਜ਼ ਆਫ ਰਾਈਵੋਲੂਸ਼ਨਰੀ ਵਾਇਲੈਂਸ ਟੂ ਓਵਰਥਰੋ ਬ੍ਰਿਟਿਸ਼ ਰੂਲ। ਕੁਛ ਲੀਡਰ ਸੁਜੈਸਟ ਕਰ ਰਹੇ ਸੀ ਕਿ ਰੈਵੋਲੂਸ਼ਨਰੀ ਵਾਇਲੈਂਸ ਦੇ ਨਾਲ ਜਿਹੜਾ ਬ੍ਰਿਟਿਸ਼ ਰੂਲ ਸੀ ਉਸਨੂੰ ਓਵਰਥਰੋ ਕਰ ਦਿੱਤਾ ਜਾਵੇ। ਮੁਸਲਿਮ ਲੀਗ, the All India Muslim League was formed at Dhaka in 1906 by a group of Muslim landlords and Nawabs. The league supported the partition of Bengal. ਬੰਗਾਲ ਦੀ ਵੰਡ ਨੂੰ ਸਪੋਰਟ ਕਰ ਰਹੇ ਸਨ ਕਿਉਂ? Some seats in the council were reserved for the Muslims. ਕੌਂਸਲ ਦੇ ਵਿੱਚ ਇਹਨਾਂ ਵਾਸਤੇ ਜਿਹੜੀਆਂ ਸੀਟਸ ਸੀ ਉਹਨਾਂ ਨੂੰ ਰਿਜ਼ਰਵ ਕੀਤਾ ਗਿਆ ਸੀ। The league wanted the representatives for those seats to be elected by Muslim voters. ਇਸ ਲੀਗ
ਨੇ ਇਹ ਸੋਚਿਆ ਸੀ ਜਾਂ ਫਿਰ ਇਹ ਚਾਹੁੰਦੇ ਸਨ ਕਿ ਜਿਹੜੇ ਇਹਨਾਂ ਨੂੰ ਰਿਜ਼ਰਵ ਕੀਤੀਆਂ ਗਈਆਂ ਸੀਟਾਂ ਦਿੱਤੀਆਂ ਗਈਆਂ ਨੇ ਉਸ ਦੇ ਉੱਤੇ ਜਿਹੜੇ ਮੁਸਲਿਮ ਵੋਟਰਸ ਵਾ ਉਹ ਚੋਣਾਂ ਲੜਨ। ਦਿਸ ਡਿਮਾਂਡ ਵਾਜ਼ ਵਿਲਿੰਗਲੀ ਕੰਸੀਡਰਡ ਬਾਏ ਦਾ ਗਵਰਨਮੈਂਟ ਇਨ 1909 ਅਤੇ 1909 ਦੇ ਵਿੱਚ ਸਰਕਾਰ ਦੁਆਰਾ ਉਹਨਾਂ ਦੀ ਇਹ ਜਿਹੜੀ ਡਿਮਾਂਡ ਸੀ ਉਸ ਨੂੰ ਰੋਕ ਦਿੱਤਾ ਗਿਆ। ਸਪਿਲਿਟ ਇਨ ਕਾਂਗਰਸ ਦੀ ਵੰਡ ਕਰਨੀ। ਦੇਅਰ ਵਾਜ਼ ਅ ਸਪਿਲਿਟ ਇਨ ਦਾ ਕਾਂਗਰਸ ਇਨ 1907 the moderates were opposed to use of any kind of violence। ਬਹੁਤ ਸਾਰੇ ਮੋਡਰੇਟ ਸੀ ਜਿਹੜੀ ਵਾਇਲੈਂਸ ਨੂੰ ਯੂਜ਼ ਕੀਤਾ ਜਾ ਰਿਹਾ ਸੀ ਉਹਦੇ ਅਪੋਜ਼ਡ ਸੀ, ਅਗੇਨਸਟ ਸੀ। ਆਫਟਰ ਦਾ ਸਪਿਲਿਟ ਦਾ ਕਾਂਗਰਸ ਕੇਮ ਟੂ ਬੀ ਡੋਮੀਨੇਟਡ ਬਾਈ ਦਾ ਮੋਡਰੇਟਸ। ਹਾਊਐਵਰ the two groups reunited in December 1915 in 1916 the Congress and the Muslim League signed the historic Lucknow Pact that decided to work together for representative government in the country। ਕਾਂਗਰਸ ਦੀ ਵੰਡ ਤੋਂ ਬਾਅਦ ਜਿਹੜੀ ਕਾਂਗਰਸ ਸੀ ਡੋਮੀਨੇਟਡ ਹੋ ਰਹੀ ਸੀ ਮੋਡਰੇਟਸ ਦੇ ਦੁਆਰਾ। ਇੱਥੋਂ ਤੱਕ ਕਿ ਜਦੋਂ ਦੋਵਾਂ ਗਰੁੱਪਾਂ ਦੇ ਵਿੱਚ ਇਸ ਨੂੰ ਵੰਡ ਦਿੱਤਾ ਗਿਆ ਸੀ 1915 ਅਤੇ 1916 ਦੇ ਵਿੱਚ, ਅਤੇ ਮੁਸਲਿਮ ਲੀਗ ਅਤੇ ਕਾਂਗਰਸ ਨੇ ਇੱਕ ਹਿਸਟੋਰਿਕ ਲਖਨਊ ਪੈਕਟ ਸੀ ਜਿਹੜਾ ਉਸ 'ਤੇ ਸਾਈਨ ਕੀਤੇ ਸੀ ਕਿ ਉਹ ਇਕੱਠੇ ਹੀ ਕੰਮ ਕਰਨਗੇ। ਨੈਕਸਟ ਦਾ ਗਰੋਥ ਆਫ ਮਾਸ ਨੈਸ਼ਨਲਿਜ਼ਮ। ਦੈਟ ਮੀਨਸ ਕਿ ਇਹ ਜੋ ਮੂਵਮੈਂਟ ਸ਼ੁਰੂ ਕੀਤੀ ਗਈ ਸੀ ਰਾਸ਼ਟਰੀਅਤਾ ਵਾਸਤੇ, ਇਸ ਦੇ ਵਿੱਚ become a mass movement involving peasants, tribals, students and women in large number and associational factory workers as well। That means ਕਿ ਹਰ ਤਰ੍ਹਾਂ ਦੇ ਲੋਕ ਇਸ ਮਾਸ ਮੂਵਮੈਂਟ ਦੇ ਵਿੱਚ ਸ਼ਾਮਿਲ ਹੋਏ ਸਨ। The first World War changed the economic and political situation in India। ਜਿਹੜੀ ਫਸਟ ਵਰਲਡ ਵਾਰ ਹੋਈ ਸੀ ਇਸ ਦੇ ਨਾਲ ਇਕਨੋਮਿਕ ਅਤੇ ਪੋਲੀਟੀਕਲ ਸਿਚੁਏਸ਼ਨ ਕਾਫੀ ਚੇਂਜ ਹੋ ਚੁੱਕੀ ਸੀ ਭਾਰਤ ਦੀ। ਦੇਅਰ ਵਾਜ਼ ਅ ਸ਼ਾਰਪ ਰਾਈਜ਼ ਵਿਚ ਇਨਕਰੀਜ਼ਡ ਦਾ ਪ੍ਰੋਬਲਮਸ ਆਫ ਦਾ ਕਾਮਨ ਪੀਪਲ। ਜਿਹੜੇ ਭਾਰਤ ਦੇ ਕਾਮਨ ਪੀਪਲ ਸੀ ਉਹਨਾਂ ਦੀ ਪ੍ਰੋਬਲਮ ਇੰਨੀਆਂ ਕੁ ਜ਼ਿਆਦੀਆਂ ਵੱਧ ਚੁੱਕੀਆਂ ਸਨ ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਡੇਲੀ ਰੂਟੀਨ 'ਚ ਯੂਜ਼ ਕਰਨ ਵਾਲੀਆਂ ਜਿਹੜੀਆਂ ਥਿੰਗਸ ਸੀ ਉਹਨਾਂ ਦੇ ਜਿਹੜੇ ਪ੍ਰਾਈਸ ਕਾਫੀ ਹਾਈ ਹੋ ਚੁੱਕੇ ਸਨ, ਜਿਸ ਦੇ ਨਾਲ ਇੰਡੀਅਨ ਪੀਪਲਸ ਨੂੰ ਕਾਫੀ ਸਫਰ ਕਰਨਾ ਪੈ ਰਿਹਾ ਸੀ। ਦਾ ਬਿਜ਼ਨਸ ਗਰੁੱਪਸ ਰੀਪਡ ਹਿਊਜ ਪ੍ਰੋਫਿਟਸ ਬਿਕੋਜ਼ ਦਾ ਵਾਰ ਇਨਕਰੀਜ਼ ਦਾ ਡਿਮਾਂਡ ਫਾਰ ਆਲ ਕਾਈਂਡਸ ਆਫ ਗੁੱਡਸ। ਦੇਖੋ ਬਿਜ਼ਨਸਮੈਨ ਨੂੰ ਕਿਉਂ ਬਹੁਤ ਜ਼ਿਆਦਾ ਪ੍ਰੋਫਿਟ ਹੋ ਰਿਹਾ ਸੀ, ਕਿਉਂਕਿ ਇਸ ਵਾਰ ਦੇ ਦਰਮਿਆਨ ਲੋਕਾਂ ਦੀਆਂ ਜਿਹੜੀਆਂ ਡਿਮਾਂਡ ਸੀ ਕਾਈਂਡਸ ਆਫ ਥਿੰਗਸ ਐਂਡ ਗੁੱਡਸ ਬਹੁਤ ਜ਼ਿਆਦਾ ਵੱਧ ਚੁੱਕੀਆਂ ਸਨ। ਰਿਡਿਊਸਡ ਇੰਪੋਰਟਸ ਮੀਨ ਦੈਟ ਨਿਊ ਡਿਮਾਂਡ ਵਾਜ਼ ਬੀਇੰਗ ਮੈਟ ਬਾਈ ਦਾ ਇੰਡੀਅਨ ਬਿਜ਼ਨਸ ਹਾਊਸਿਸ। ਹੁਣ ਦੇਖੋ ਜਿਹੜਾ ਇੰਡੀਆ ਦਾ ਐਕਸਪੋਰਟ ਹੋ ਰਿਹਾ ਸੀ ਉਹ ਬੰਦ ਹੋ ਚੁੱਕਾ ਸੀ, ਜਿਸ ਦੇ ਨਾਲ ਜਿਹੜੀਆਂ ਇੰਡੀਆ ਦੇ ਵਿੱਚ ਇੰਡਸਟਰੀ ਸੀ ਉਹ ਬਹੁਤ ਜ਼ਿਆਦਾ ਐਕਸਪੈਂਡ ਹੋ ਚੁੱਕੀਆਂ ਸਨ ਡਿਊਰਿੰਗ ਦਾ ਵਾਰ। ਠੀਕ ਹੈ। and Indian business groups began demand greater opportunities for development। ਕਿਉਂਕਿ ਜਿਹੜੀ ਬਾਹਰੋਂ ਵਸਤੂਆਂ ਆ ਰਹੀਆਂ ਸਨ ਉਹਨਾਂ ਨੂੰ ਇਹਨਾਂ ਨੇ ਬੰਦ ਕਰ ਦਿੱਤਾ ਸੀ, ਅਤੇ ਓਬੀਅਸਲੀ ਜਿਹੜੀਆਂ ਇੰਡਸਟਰੀਜ਼ ਇੰਡੀਆ ਵਿੱਚ ਹੈ ਸੀ ਉਹਨਾਂ ਨੂੰ ਇੱਕ ਗੋਲਡਨ ਅਪੋਰਚੁਨਿਟੀ ਮਿਲੀ ਸੀ, ਕਿਉਂਕਿ ਸਿਰਫ ਉਹੀ ਲੋਕਾਂ ਦੀਆਂ ਡਿਮਾਂਡਸ ਨੂੰ ਪੂਰਾ ਕਰ ਸਕਦੇ ਸਨ, ਅਤੇ ਇਸ ਲਈ ਉਹਨਾਂ ਨੇ ਹਰ ਇੱਕ ਚੀਜ਼ ਦੇ ਉੱਤੇ ਹਾਈ ਪ੍ਰਾਈਸ ਰੱਖਿਆ ਹੋਇਆ ਸੀ, ਜਿਸ ਦੇ ਨਾਲ ਉਹਨਾਂ ਨੇ ਆਪਣੀ ਇਕਨੋਮਿਕ ਸਿਚੁਏਸ਼ਨ ਨੂੰ ਬਹੁਤ ਜ਼ਿਆਦਾ ਸੈਟਅਪ ਕਰ ਲਿਆ ਸੀ। ਮੈਨੀ ਪੀਪਲ ਫਰੋਮ ਦਾ ਵਿਲੇਜਿਸ ਵਰ ਫੋਰਸਡ ਟੂ ਸਰਵ ਇਨ ਦਾ ਬ੍ਰਿਟਿਸ਼ ਆਰਮੀ ਡਿਊਰਿੰਗ ਦਾ ਵਾਰ। ਅਤੇ ਇਸ ਤੋਂ ਬਾਅਦ ਬ੍ਰਿਟਿਸ਼ਰ ਨੇ ਬਹੁਤ ਸਾਰੇ ਲੋਕਾਂ ਨੂੰ ਫੋਰਸ ਕਰਨਾ ਸ਼ੁਰੂ ਕਰ ਦਿੱਤਾ ਕਿ ਜਦੋਂ ਵਾਰ ਚੱਲਦੀ ਪਈ ਸੀ ਆਰਮੀ ਦੀ, ਉਸ ਦਰਮਿਆਨ ਉਹ ਇੰਡੀਆ ਦੀ ਆਰਮੀ ਨੂੰ ਬ੍ਰਿਟਿਸ਼ ਆਰਮੀ ਦੇ ਵਿੱਚ ਸਰਵ ਕਰਨ ਵਾਸਤੇ ਭੇਜਣ। ਐਕਸਪੋਜਰ to the alien lands helped them in understanding of exploiting being done by the colonial powers in other parts of the world। ਤੇ ਜਿਹੜੀ ਇੰਡੀਅਨ
ਪੀਪਲ ਸੀ ਉਹਨਾਂ ਨੇ ਐਕਸਪੋਜ਼ ਕਰ ਦਿੱਤਾ, ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਇੱਕ ਬੇਗਾਨੀ ਧਰਤੀ ਦੇ ਉੱਤੇ ਜਾ ਕੇ ਉਹਨਾਂ ਲੋਕਾਂ ਦੀ ਮਦਦ ਕੀਤੀ। ਤੇ ਜਲਦੀ ਹੀ ਉਹਨਾਂ ਨੂੰ ਇਹ ਚੀਜ਼ ਵੀ ਸਮਝ ਆ ਗਈ ਕਿ ਜਿਹੜੀ ਕਲੋਨੀਅਲ ਪਾਵਰ ਆ ਉਹ ਹਰ ਇੱਕ ਇੰਡੀਆ ਦੇ ਹਰ ਇੱਕ ਹਿੱਸੇ ਦੇ ਵਿੱਚ, ਵਰਲਡ ਦੇ ਹਰ ਇੱਕ ਹਿੱਸੇ ਦੇ ਵਿੱਚ ਲੋਕਾਂ ਨੂੰ ਐਕਸਪਲੋਡ ਕਰ ਰਹੇ ਹਨ, ਉਹਨਾਂ ਦਾ ਸ਼ੋਸ਼ਣ ਕਰ ਰਹੇ ਸਨ। Furthermore, the Russian revolutions took place in 1917. News about the peasants and workers' struggle and ideas of socialism also reached to the nationalists in India. Next, the advent of Mahatma Gandhi. Mahatma Gandhi returned from South Africa in 1915 because of his movement against racial restrictions in South Africa. He had already become a respected leader. Because ਮਹਾਤਮਾ ਗਾਂਧੀ ਨੇ ਰੇਸ਼ੀਅਲ ਰਿਸਟ੍ਰਿਕਸ਼ਨਸ ਇਨ ਸਾਊਥ ਅਫਰੀਕਾ ਦੇ ਵਿੱਚ ਜਿਹੜੀਆਂ ਮੂਵਮੈਂਟਸ ਚਲਾਈਆਂ ਸੀ, ਉਸ ਦੇ ਕਾਰਨ ਉਹ ਇੱਕ ਆਲਰੇਡੀ ਰਿਸਪੈਕਟਡ ਲੀਡਰ ਜਿਹੜੇ ਬਣ ਚੁੱਕੇ ਸਨ। Mahatma Gandhi first wanted to understand the people, their needs and overall situation in India. Hence, he spent his first year in India in traveling throughout the country. ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਕੀ ਚਾਹੁੰਦੇ ਸਨ ਕਿ ਉਹ ਲੋਕਾਂ ਨੂੰ ਸਮਝਣ, ਉਹਨਾਂ ਦੀਆਂ ਨੀਡਸ ਸਮਝਣ ਅਤੇ ਆਲ ਓਵਰ ਜਿਹੜੀ ਵੀ ਇੰਡੀਆ ਦੀ ਸਿਚੁਏਸ਼ਨ ਸੀ ਉਸ ਨੂੰ ਸਮਝਣ। ਫਿਰ ਉਹਨਾਂ ਨੇ 1 ਸਾਲ ਟਰੈਵਲਿੰਗ ਦੇ ਵਿੱਚ ਸਪੈਂਡ ਕੀਤਾ, ਇੰਡੀਆ ਦੀ ਟਰੈਵਲਿੰਗ ਦੇ ਵਿੱਚ, ਜਿਹਦੇ ਥਰੂ ਇਹ ਸਭ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਹਿਜ਼ ਅਰਲੀਐਸਟ ਪਾਰਟੀਸਪੇਸ਼ਨ ਇਨ ਲੋਕਲ ਮੂਵਮੈਂਟ ਵਾਜ਼ ਚੰਪਾਰਨ, ਖੇੜਾ ਐਂਡ ਅਹਿਮਦਾਬਾਦ। ਅਹਿਮਦਾਬਾਦ, ਚੰਪਾਰਨ ਅਤੇ ਖੇੜਾ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਮੂਵਮੈਂਟ ਹੋਈ ਸੀ, ਉਸ ਦੇ ਵਿੱਚ ਹੀ ਕੇਮ ਇਨਟੂ ਕੰਟੈਕਟ ਵਿਦ ਰਾਜਿੰਦਰ ਪ੍ਰਸਾਦ ਐਂਡ ਵੱਲਭ ਭਾਈ ਪਟੇਲ। ਇਸ ਮੂਵਮੈਂਟ ਦੇ ਵਿੱਚ ਮਹਾਤਮਾ ਗਾਂਧੀ ਜੀ ਦਾ ਕੰਟੈਕਟ ਰਾਜਿੰਦਰ ਪ੍ਰਸਾਦ ਅਤੇ ਵੱਲਭ ਭਾਈ ਪਟੇਲ ਦੇ ਨਾਲ ਹੋਇਆ। ਇਨ ਅਹਿਮਦਾਬਾਦ ਹੀ ਲੈਡ ਅ ਸਕਸੈਸਫੁਲ ਮਿਲ ਵਰਕਰ ਸਟ੍ਰਾਈਕ ਇਨ 1918। ਅਤੇ ਅਹਿਮਦਾਬਾਦ ਦੇ ਵਿੱਚ ਜਿਹੜਾ ਮੂਵਮੈਂਟ ਕੀਤੀ ਗਈ ਸੀ ਉਹ ਬਿਲਕੁਲ ਸਕਸੈਸਫੁਲ ਰਹੀ। ਇਸ ਦੇ ਵਿੱਚ ਮਿਲ ਵਰਕਰਸ ਦੁਆਰਾ ਸਟ੍ਰਾਈਕ ਕੀਤੀ ਗਈ ਸੀ 1918 ਦੇ ਵਿੱਚ।